ਇਹ ਜੋਜੋ ਨੂੰ ਮੈਂ ਦੱਸਣਾ ਚਾਹਣਾ ਮਨਪ੍ਰੀਤ ਨੂੰ ਦੱਸਣਾ ਚਾਹਣਾ ਮੈਂ ਤਵੀਤ ਦਾ ਖੋਲ ਤਿਆਰ ਕਰ ਲਿਆ। ਹੁਣ ਉਹ ਤੇ ਮੰਤਰ ਲਿਖਣਾ ਤੇ ਉਹ ਮੰਤਰ ਪਾ ਕੇ ਬਠਿੰਡੇ ਦੇ ਵਿੱਚ ਅਸੀਂ ਭੇਜਾਂਗੇ। ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੁਹਾਨੂੰ? ਮੈਨੂੰ ਉੱਥੇ ਮੇਰੇ ਤੇ ਹਮਲਾ ਜਾਨੋਂ ਮਾਰਨ ਦਾ ਹਮਲਾ ਕੀਤਾ ਗਿਆ ਉੱਥੇ। ਚਾਹੇ ਜੂਆ ਹੈ, ਚਾਹੇ ਸੱਟਾ ਹੈ, ਚਾਹੇ ਲਾਟਰੀ ਹੈ, ਕਸੀਨੋ ਹੈ, ਮਸਾਜ ਸੈਂਟਰ ਆ, ਹਰ ਤਰ੍ਹਾਂ ਦੇ ਤਜਰਬੇ ਬਠਿੰਡਾ ਦੇ ਵਿੱਚ ਹੋਏ ਆ। ਥਰਮਲ ਪਲਾਂਟ ਦੀ ਜ਼ਮੀਨ ਹੈ, ਜਿਹੜਾ ਕੋਈ ਇਹਨਾਂ ਕੋਲ ਕੋਈ ਠੇਕਾ ਨਹੀਂ, ਉਹਦਾ ਕੋਈ ਮਨਜ਼ੂਰੀ ਨਹੀਂ ਲਈ ਹੋਈ, ਕੋਈ ਮਿੱਟੀ ਪੱਟਣ ਦਾ ਠੇਕਾ ਨਹੀਂ, ਕੋਈ ਸਵਾਹ ਸਿੱਟਣ ਦਾ ਠੇਕਾ ਨਹੀਂ। ਉਹਦੇ ਵਿੱਚ ਸਵਾਹ ਪਾਸੇ ਕਰਕੇ ਡੂੰਘੇ ਥਾਂ ਦੇ ਵਿੱਚ ਮਿੱਟੀ ਬਾਹਰ ਕੱਢ ਕੇ ਜਿਹੜਾ ਰੇਤਾ ਕੱਢ ਕੇ ਉਹ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਲਾਇਆ ਜਾ ਰਿਹਾ। ਜੇ ਤੁਹਾਡੇ ਦੇ ਵਿੱਚ ਦਮ ਹੈ, ਜੇ ਤੁਸੀਂ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਲਈ ਇੱਕ ਬਣਨਾ ਹੈ ਤਾਂ ਉਹਦੀ ਇਨਕੁਆਇਰੀ ਕਰਾਓ, ਇਨਕੁਆਇਰੀ ਦੇ ਵਿੱਚ ਸ਼ਾਮਲ ਕਰੋ ਸਾਨੂੰ। ਪ੍ਰਸ਼ਾਸਨ ਦੀਆਂ ਸ਼ਕਤੀਆਂ ਨੂੰ ਮਤਲਬ ਰਗੜਿਆ ਗਿਆ ਹੈ। ਜੋ ਬਠਿੰਡਾ ਦੇ ਵਿੱਚ ਹੋਇਆ ਅੱਜ ਤੱਕ ਬਿਹਾਰ ਬਹੂਰ ਦੇ ਵਿੱਚ ਕਿਤੇ ਨਹੀਂ ਹੋਇਆ ਹੋਣਾ ਜਿਹੜਾ ਬਠਿੰਡਾ ਦੇ ਵਿੱਚ ਹੋ ਰਿਹਾ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਇਸ ਵੇਲੇ ਜਿੱਥੇ ਚੋਣਾਂ ਨੇੜੇ ਆ ਰਹੀਆਂ ਨੇ ਔਰ ਸਿਆਸਤ ਜਿਹੜੀ ਆ ਪੂਰੀ ਤਰੀਕੇ ਨਾਲ ਭਖੀ ਹੋਈ ਹੈ, ਉੱਥੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਆ ਲਗਾਤਾਰ ਪਾਰਟੀਆਂ ਵਾਲੇ ਲਗਾ ਰਹੇ ਹੈਗੇ। ਉਹਦੇ ਵਿੱਚ ਅੱਜ ਜਿਹੜੀ ਇੱਕ ਖਾਸ ਖਬਰ ਆਈ ਉਹ ਆਈ ਹੈ ਸਾਬਕਾ ਅਕਾਲੀ MLA ਸਰੂਪਚੰਦ ਸਿੰਗਲਾ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਮੈਂ ਇੱਕ ਸਟਿੰਗ ਆਪਰੇਸ਼ਨ ਕੀਤਾ ਤੇ ਉਹਦੇ ਦੌਰਾਨ ਮਨਪ੍ਰੀਤ ਬਾਦਲ ਦੇ ਸਮੇਤ ਉਹਨਾਂ ਦੇ ਰਿਸ਼ਤੇਦਾਰ ਜੋਜੋ ਦੇ ਉੱਤੇ ਉਹਨਾਂ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਥਰਮਲ ਪਲਾਂਟ ਦੇ ਵਿੱਚੋਂ ਨਿਕਲਦੀ ਰਾਖ ਹੈ ਜਿਹੜੀ ਉਹਦੀ ਮਾਈਨਿੰਗ ਹੋ ਰਹੀ ਹੈ ਔਰ ਕਰੋੜਾਂ ਦਾ ਘਪਲਾ ਜਿਹੜਾ ਇਸ ਬਾਬਤ ਹੋ ਰਿਹਾ। ਇਹਦੇ ਬਾਬਤ ਹੋਰ ਬਹੁਤ ਸਾਰੇ ਉਹਨਾਂ ਨੇ ਇਲਜ਼ਾਮ ਲਾਏ ਆ ਕਿ ਇਸ ਮਾਈਨਿੰਗ ਦੇ ਸਮੇਤ ਹੋਰ ਬਹੁਤ ਸਾਰੇ ਨਜਾਇਜ਼ ਕੰਮ ਹੈ ਜਿਹੜੇ ਮਨਪ੍ਰੀਤ ਬਾਦਲ ਦੀ ਰਹਿਨੁਮਾਈ ਦੇ ਵਿੱਚ ਬਠਿੰਡਾ ਇਲਾਕੇ ਦੇ ਵਿੱਚ ਹੋਏ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਵਿਕਾਸ ਦੇ ਨਾਂ ਦੇ ਉੱਤੇ ਪਹਿਲਾਂ ਜਿਹੜਾ ਵਿਕਾਸ ਦੇ ਤਹਿਤ ਸਾਰਾ ਕੁਝ ਬਣ ਚੁੱਕਿਆ ਹੋਇਆ, ਗਲੀਆਂ ਨਾਲੀਆਂ ਬਣ ਚੁੱਕੀਆਂ ਹੋਈਆਂ, ਉਹਨਾਂ ਨੂੰ ਪੱਟ ਕੇ ਦੁਬਾਰਾ ਬਣਾਇਆ ਜਾ ਰਿਹਾ ਤੇ ਇਹਦੇ ਉੱਤੇ ਕਰੋੜਾਂ ਰੁਪਏ ਦੀ ਜਿਹੜੀ ਆ ਵੇਸਟੇਜ ਕੀਤੀ ਜਾ ਰਹੀ ਆ। ਇਸ ਪੂਰੇ ਮਸਲੇ ਦੇ ਉੱਤੇ ਮੇਰੇ ਸਹਿਯੋਗੀ ਗੌਤਮ ਕੁਮਾਰ ਨੇ ਸਰੂਪਚੰਦ ਸਿੰਗਲਾ ਦੇ ਨਾਲ ਗੱਲਬਾਤ ਕੀਤੀ। ਇੱਕ ਵਾਰੀ ਉਹਨਾਂ ਦੀ ਗੱਲਬਾਤ ਜਿਹੜੀ ਆ ਸੁਣਦੇ ਹਾਂ। ਤੇ ਮੈਂ ਹਾਂ ਗੌਤਮ ਕੁਮਾਰ। ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਭਖਦਾ ਮੁੱਦਾ ਜਿਹੜਾ ਬਣਿਆ ਹੋਇਆ ਹੈਗਾ ਤਾਂ ਉਹ ਇਸ ਵੇਲੇ ਜਿਹੜੇ ਬਠਿੰਡਾ ਦੇ ਵਿੱਚ ਜਿਹੜੀ ਇੱਕ ਮਾਈਨਿੰਗ ਦਾ ਮਸਲਾ ਚੱਲ ਰਿਹਾ ਉਸ ਨੂੰ ਲੈ ਕੇ ਬਣਿਆ ਹੋਇਆ ਹੈਗਾ। ਤੇ ਇਸ ਮਾਈਨਿੰਗ ਦੇ ਮਸਲੇ ਨੂੰ ਲੈ ਕੇ ਜਿਹੜੇ ਅਕਾਲੀ ਦਲ ਪਾਰਟੀ ਦੇ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਨੇ ਸਰੂਪਚੰਦ ਸਿੰਗਲਾ, ਉਹਨਾਂ ਨੇ ਚੁੱਕਿਆ ਸੀਗਾ। ਇਸ ਦੇ ਵਿੱਚ ਖਬਰਾਂ ਦੀ ਸੁਰਖੀਆਂ ਦੇ ਵਿੱਚ ਪੂਰਾ ਮਸਲਾ ਭਖਦਾ ਹੋਇਆ ਬਣਿਆ ਹੋਇਆ, ਜਿਸ ਦੇ ਉੱਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਟਵੀਟ ਕਰਦੇ ਨੇ। ਗਿੱਦੜਬਾਹਾ ਤੋਂ ਜਿਹੜੇ ਵਿਧਾਇਕ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਵੀ ਇਹਦੇ ਉੱਤੇ ਟਵੀਟ ਕਰਦੇ ਨੇ ਤੇ ਆਪਣੀ ਹੀ ਸਰਕਾਰ ਦੇ ਉੱਤੇ ਜਿਹੜੇ ਕਈ ਮਨਪ੍ਰੀਤ ਬਾਦਲ ਦੇ ਉੱਤੇ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰਦੇ ਨੇ ਤੇ ਮੰਗ ਵੀ ਕਰ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਇਸ ਪੂਰੇ ਮਸਲੇ ਦੇ ਵਿੱਚ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਹੈਗਾ ਉਹ ਅਲੱਗ-ਅਲੱਗ ਹੋਣਾ ਚਾਹੀਦਾ ਹੈਗਾ। ਤੇ ਇਸ ਦੇ ਵਿੱਚ ਜਿਹੜੇ ਸੰਸਦ ਜਿਹੜੇ ਰਵਨੀਤ ਬਿੱਟੂ ਨੇ ਉਹਨਾਂ ਨੇ ਵੀ ਟਵੀਟ ਕੀਤਾ। ਤੇ ਇਸ ਵੇਲੇ ਮੇਰੇ ਨਾਲ ਜਿਹੜੇ ਮੌਜੂਦ ਨੇ ਉਹ ਅਕਾਲੀ ਦਲ ਪਾਰਟੀ ਦੇ ਸਾਬਕਾ ਵਿਧਾਇਕ ਸਰੂਪਚੰਦ ਸਿੰਗਲਾ ਨੇ। ਪੂਰਾ ਮਾਮਲਾ ਜਾਣ ਲੈਂਦੇ ਹੈਗੇ ਇਸ ਦੇ ਵਿੱਚ ਕੀ ਉਹ ਮਾਮਲਾ ਹੈ ਤੇ ਕਿੱਥੋਂ ਤੱਕ ਹੁਣ ਇਹਨਾਂ ਦੀ ਜਿਹੜੀ ਕਾਰਵਾਈ ਦੀ ਮੰਗ ਕਰ ਰਹੇ ਸੀ ਉਹ ਕਿੱਥੋਂ ਤੱਕ ਪਹੁੰਚੀ ਹੈ। ਕੱਲ ਜਿਹੜਾ ਮੁੱਦਾ ਬਣਿਆ ਹੈਗਾ ਪੂਰਾ ਇਸ ਵੇਲੇ ਪੰਜਾਬ ਦੇ ਵਿੱਚ ਭਖਦਾ ਹੋਇਆ ਬਣਿਆ ਹੋਇਆ ਹੈਗਾ, ਕੀ ਘਟਨਾਕ੍ਰਮ ਸੀਗਾ ਪੂਰਾ ਉਸ ਬਾਰੇ ਦੱਸ ਦਿਓ ਪਹਿਲਾਂ। ਦੇਖੋ, ਬਠਿੰਡਾ ਸ਼ਹਿਰ ਦੇ ਵਿੱਚ ਵੈਸੇ ਤਾਂ 4.5 ਸਾਲ ਤੋਂ ਜਦੋਂ ਤੋਂ ਮਨਪ੍ਰੀਤ ਸਿੰਘ ਬਾਦਲ ਇੱਥੋਂ MLA ਚੁਣੇ ਗਏ ਆ, ਵਿੱਤ ਮੰਤਰੀ ਬਣੇ ਆ, ਤੇ ਜੋ ਹਾਲਾਤ ਬਠਿੰਡਾ ਦੇ ਨੇ ਉਹ ਹਾਲਾਤ ਇਹ ਹੈ ਕਿ ਪ੍ਰਸ਼ਾਸਨ ਅਧਿਕਾਰੀ ਆਪਣੀਆਂ ਡਿਊਟੀਆਂ ਕਰਨ ਤੋਂ ਅਸਮਰੱਥ ਹੋ ਚੁੱਕੇ ਆ। ਇਹਨਾਂ ਨੇ ਸਾਰੇ ਪ੍ਰਸ਼ਾਸਨ ਤੇ ਗਲਵਾ ਪਾ ਲਿਆ। ਸਾਰੇ ਇਨਲੀਗਲ ਕੰਮ, ਚਾਹੇ ਜੂਆ ਹੈ, ਚਾਹੇ ਸੱਟਾ ਹੈ, ਚਾਹੇ ਲਾਟਰੀ ਹੈ, ਕਸੀਨੋ ਹੈ, ਮਸਾਜ ਸੈਂਟਰ ਆ, ਹਰ ਤਰ੍ਹਾਂ ਦੇ ਤਜਰਬੇ ਬਠਿੰਡਾ ਦੇ ਵਿੱਚ ਹੋਏ ਆ ਇਹਨਾਂ ਦੇ ਸਾਲਾ ਸਾਹਿਬ ਦੀ ਮਿਹਰਬਾਨੀ ਦੇ ਨਾਲ। ਔਰ ਡਿਵੈਲਪਮੈਂਟ ਦੇ ਕੰਮ ਜਿਹੜੇ ਹੋਏ ਆ, ਡਿਵੈਲਪਮੈਂਟ ਦੇ ਕੰਮ ਵੀ ਉਹੀ ਹੋਏ ਆ ਜਿੱਥੇ ਜਿਨ੍ਹਾਂ ਦੇ ਟੈਂਡਰ ਮੈਨੇਜ ਹੋ ਕੇ ਤੇ ਡਿਵੈਲਪਮੈਂਟ ਕੀਤੀ। ਤੇ ਜਿੱਥੇ ਡਿਵੈਲਪਮੈਂਟ ਕੀਤੀ ਹੈ, ਰੇਤਾ ਜਿਹੜਾ ਸਾਰਾ ਉਹ ਜੈਲ ਸਾਹਿਬ ਵੱਲੋਂ ਕਿਰਪਾ ਕੀਤੀ ਜਾਂਦੀ ਹੈ ਰੇਤੇ ਦੀ। ਤੇ ਹੁਣ ਟਾਈਲਾਂ ਦਾ ਪ੍ਰੇਮ ਜਾਗਿਆ ਨੂੰ ਪਿਛਲੇ 6 ਮਹੀਨਿਆਂ ਤੋਂ। ਨਵੀਆਂ ਸੜਕਾਂ ਪੱਟ ਕੇ
ਵਧੀਆ ਸਾਫ਼ ਸੜਕਾਂ ਪੱਟ ਕੇ ਉਹਨਾਂ ਦੀ ਥਾਂ 'ਤੇ ਫਿਰ ਟਾਈਲਾਂ ਬਦਲ ਕੇ ਲਾਈਆਂ ਜਾ ਰਹੀਆਂ। ਜਿਹੜਾ ਰੇਤਾ ਆ ਰਿਹਾ ਹੈ, ਰੇਤਾ ਵੀ ਆਪ ਹੀ ਸਪਲਾਈ ਕੀਤਾ ਜਾਂਦਾ ਫਾਈਨ ਸੈਂਡ, ਤੇ ਇਸੇ ਕਰਕੇ ਟਾਇਲ ਪ੍ਰੇਮ ਹੈ ਕਿ ਬਹੁਤ ਮੋਟੀ ਜਿਹੜਾ ਪੈਸਾ ਹੈ, ਸਰਕਾਰ ਦਾ ਪੈਸਾ ਇਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ। ਅਸੀਂ ਬੜੇ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਇਹ ਜਿਹੜਾ ਘੁਟਾਲਾ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ, ਕਿਵੇਂ ਫੜੀਏ। ਤਾਂ ਕਿਰਪਾ ਪਰਮਾਤਮਾ ਦੀ ਨਾਲ ਅਸੀਂ ਉਸ ਪੁਆਇੰਟ ਤੇ ਪਹੁੰਚੇ, ਜਿਹੜਾ ਪੁਆਇੰਟ ਥਰਮਲ ਪਲਾਂਟ ਦੀ ਜ਼ਮੀਨ ਹੈ, ਜਿਹੜਾ ਕੋਈ ਇਹਨਾਂ ਕੋਲ ਕੋਈ ਠੇਕਾ ਨਹੀਂ, ਉਹਦਾ ਕੋਈ ਮਨਜ਼ੂਰੀ ਨਹੀਂ ਲਈ ਹੋਈ, ਕੋਈ ਮਿੱਟੀ ਪੱਟਣ ਦਾ ਠੇਕਾ ਨਹੀਂ, ਕੋਈ ਸਵਾਹ ਸਿੱਟਣ ਦਾ ਠੇਕਾ ਨਹੀਂ, ਉਹਦੇ ਵਿੱਚ ਸਵਾਹ ਪਾਸੇ ਕਰਕੇ ਡੂੰਘੇ ਥਾਂ ਦੇ ਵਿੱਚ ਮਿੱਟੀ ਬਾਹਰ ਕੱਢ ਕੇ, ਜਿਹੜਾ ਰੇਤਾ ਕੱਢ ਕੇ ਉਹ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਲਾਇਆ ਜਾ ਰਿਹਾ। ਜਿਹੜਾ ਰੇਤਾ ਹੈ ਉਹ ਚਾਹੇ ਹੈ ਭਾਵੇਂ ਦੇ ਚਿੱਟਾ, ਪਰ ਉਹ ਕੁਆਲਿਟੀ ਨਹੀਂ ਹੈ। ਜਿੱਥੇ ਲੱਗ ਰਿਹਾ ਹੈ ਉੱਥੇ ਸਾਰੇ ਏਰੀਏ ਦੀਆਂ ਜਿਹੜੀ ਕੁਆਲਿਟੀ ਹੈ ਉਹ ਜ਼ੀਰੋ ਹੋਈ ਹੈ। ਇਸੇ ਕਰਕੇ ਮਹੀਨੇ ਦੇ ਵਿੱਚ ਜਿਹੜੀਆਂ ਲੱਗੀਆਂ ਕੰਮ ਹੈ ਇੱਟਾਂ, ਉਹ ਟੁੱਟਣੀਆਂ ਸ਼ੁਰੂ ਹੋ ਗਈਆਂ ਤੇ ਲੋਕਾਂ ਦੇ ਵਿੱਚ ਹਾਹਾਕਾਰ ਇਹ ਸਾਰੇ ਕੰਮ ਦੀ ਮੱਚੀ ਹੋਈ। ਤੇ ਅਸੀਂ ਜਿਹੜਾ ਹੈਗਾ ਉਹ ਨੰਗਾ ਕੀਤਾ। ਅੱਜ ਚਾਹੇ ਕੁਝ ਵੀ ਕਹਿਣ ਵੀ ਉੱਥੇ ਹੈ ਨਹੀਂ ਜੀ, ਉੱਥੇ ਸਵਾਹ ਨਾਲ ਦੱਬ ਦੇਣ, ਜਿੱਥੇ ਮਰਜ਼ੀ ਦੱਬ ਦੇਣ। ਮੈਂ ਬੇਨਤੀ ਕਰਨਾ ਚਾਹਾਂਗਾ ਫਾਈਨਾਂਸ ਮਿਨਿਸਟਰ ਸਾਹਿਬ ਨੂੰ, ਤੁਸੀਂ ਸਰਕਾਰ ਚੋਂ, ਸਰਕਾਰ ਤੁਹਾਡੀ ਹੈ। ਮੈਂ ਐਫੀਡੇਵਿਟ ਤੇ ਐਲੀਗੇਸ਼ਨ ਲਾਇਆ, ਮੈਂ ਇਹ ਵੀ ਕਿਹਾ ਕਿ ਇਹਨੂੰ ਗਲਤ ਸਾਬਤ ਕਰ ਦਿਓ, ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ। ਤਾਂ ਤੁਸੀਂ ਜਾ ਕੇ ਉਸ, ਜੇ ਤੁਹਾਡੇ ਦੇ ਵਿੱਚ ਦਮ ਹੈ, ਜੇ ਤੁਸੀਂ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਲਈ ਇੱਕ ਬਣਨਾ, ਤਾਂ ਉਹਦੀ ਇਨਕੁਆਇਰੀ ਕਰਾਓ, ਇਨਕੁਆਇਰੀ ਦੇ ਵਿੱਚ ਸ਼ਾਮਲ ਕਰੋ ਸਾਨੂੰ, ਤੇ ਤੁਹਾਨੂੰ ਦਿਖਾਈਏ ਕਿ ਕਿੱਥੋਂ ਤੁਹਾਡਾ ਅੱਡਾ, ਇਹ ਜਿਹੜਾ ਰੇਤ ਦਾ ਅੱਡਾ ਜਿਹੜਾ ਚੱਲਦਾ ਸੀ, ਚੱਲ ਰਿਹਾ ਸੀ। ਤੁਹਾਡੀ ਅਗਵਾਈ ਦੇ ਵਿੱਚ ਤੁਹਾਡੇ ਜਿਹੜੇ ਤੁਹਾਡੀ ਟੀਮ ਦੇ ਮੈਂਬਰ ਬਣ ਕੇ ਜਿਹੜੇ ਬਠਿੰਡੇ ਨੂੰ ਲੁੱਟਣ ਦੇ ਵਿੱਚ ਲੱਗੇ ਹੋਏ ਸੀ, ਸਾਰੇ ਉਹ ਸਿਸਟਮ ਨੂੰ ਚਲਾ ਰਹੇ। ਇਹਨੂੰ ਲੈ ਕੇ ਤੁਹਾਡੇ ਵੱਲੋਂ ਕਿਸੇ ਅਧਿਕਾਰੀ ਤੱਕ ਪਹੁੰਚ ਕੀਤੀ ਗਈ ਹੈ ਜਾਂ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਲੀਗਲੀ ਐਕਸ਼ਨ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ? ਮੈਂ ਕੱਲ ਆਨਲਾਈਨ ਇਹਦਾ ਸਾਰਾ ਉੱਥੇ ਕੀਤਾ, ਸਾਰੇ ਹਿੰਦੁਸਤਾਨ ਨੂੰ ਦਿਖਾਇਆ, ਸਾਰੇ ਪੰਜਾਬ ਨੂੰ ਦਿਖਾਇਆ। ਉਹਦੀਆਂ ਕਾਪੀਆਂ ਚੀਫ ਸੈਕਟਰੀ, ਡੀਜੀਪੀ ਹੈ ਨੀ, ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ, ਲੋਕਲ ਬਾਡੀ ਦੇ ਅਧਿਕਾਰੀ, ਐਸਐਸਪੀ, ਜਿਹੜਾ ਮੇਰੇ ਤੇ ਉੱਥੇ ਜਾਨੋਂ ਮਾਰਨ ਦਾ ਹਮਲਾ ਕੀਤਾ ਹੈ, ਡਿਟੇਲ ਮੈਂ ਜਿਹੜੀ ਦਿੱਤੀ ਹੈ ਕਿ ਜਿਹੜਾ ਬਠਿੰਡੇ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦਾ ਗਰੋਹ ਦੇ ਰੂਪ 'ਚ ਕੰਮ ਕਰਦੇ ਹੋ। ਕੁਛ ਅਧਿਕਾਰੀ ਜਿਹੜੇ ਮਿਲੇ ਹੋਏ ਆ, ਕਾਰਪੋਰੇਸ਼ਨ ਦੇ ਅਧਿਕਾਰੀ ਮਿਲੇ ਹੋਏ ਆ, ਤੇ ਨਾਲ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਮਿਲੇ ਹੋਏ, ਇਹਨਾਂ ਨੇ ਮਿਲ ਕੇ ਜਿਹੜਾ ਇਹ ਗਰੋਹ ਬਣਾ ਕੇ ਚਲਾਇਆ ਹੋਇਆ, ਉਹਦੇ ਖਿਲਾਫ ਮੈਂ ਡਿਟੇਲ ਦੇ ਵਿੱਚ ਕੰਪਲੇਂਟ ਅੱਜ ਐਸਐਸਪੀ ਸਾਹਿਬ ਨੂੰ ਦਿੱਤੀ ਹੈ। ਤੇ ਮੈਨੂੰ ਉਮੀਦ ਹੈ ਕਿ ਇਹਦੇ ਤੇ ਜਿਹੜਾ ਹੈ ਪਰਚਾ ਦਰਜ ਕਰਨਗੇ। ਜੇ ਪਰਚਾ ਨਹੀਂ ਦਰਜ ਕਰਨਗੇ ਤਾਂ ਅਸੀਂ ਜੋ ਮੁੱਖ ਮੰਤਰੀ ਹੈ ਉਹਦੀ ਕੋਠੀ ਦੇ ਅਰਧ ਨਗਨ ਹੋ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਚੰਡੀਗੜ੍ਹ। ਅੱਛਾ, ਫਿਰ ਹੁਣ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਜੇ ਮੁਕੱਦਮਾ ਨਹੀਂ ਦਰਜ ਹੁੰਦਾਗਾ ਤਾਂ ਤੁਹਾਡੇ ਵੱਲੋਂ ਅਰਧ ਨਗਨ ਹੋ ਕੇ ਇਸ ਦਾ ਐਜੀਟੇਸ਼ਨ ਕੀਤਾ ਜਾਵੇਗਾ, ਭਾਵੇਂ ਉਹ ਜਿਹੜਾ ਆਟਾ ਸਕੈਮ ਹੋ ਗਿਆ ਬਠਿੰਡਾ ਦੇ ਵਿੱਚ, ਇੱਕ ਵੱਡੇ ਪੈਮਾਨੇ ਦੇ ਉੱਤੇ ਆਟਾ ਖਰਾਬ ਹੋ ਰਿਹਾ ਸੀਗਾ ਜਿਹੜਾ ਕਿ ਲੋਕਾਂ ਦੇ ਵਿੱਚ ਵੰਡਿਆ ਜਾਣਾ ਸੀਗਾ, ਤੇ ਉਸ ਨੂੰ ਲੈ ਕੇ ਵੀ ਤੁਸੀਂ ਉਸ ਨੂੰ ਖੁਲਾਸਾ ਕੀਤਾ ਸੀਗਾ, ਪਰ ਉਸ ਦਾ ਵੀ ਕਿਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈਗੀ। ਤੇ ਇਸ ਦੀ ਕਿਸ ਤਰੀਕੇ ਨਾਲ ਤੁਸੀਂ ਕਰ ਰਹੇ ਹੋ ਕਿ ਵੀ ਜੇ ਇਸ ਨੂੰ ਲੈ ਕੇ ਵੀ ਖੁਲਾਸਾ ਹੋਊਗਾ ਅੱਗੇ? ਦੇਖੋ, ਇੱਕ ਗੱਲ ਮੈਂ ਬੜੀ ਕਲੀਅਰ ਕਹਿਣਾ ਕਿ ਮੈਂ ਮਾਮਲੇ ਦੀ ਤਹਿ ਤੱਕ ਜਾ ਚੁੱਕਿਆ, ਸਾਰੇ ਸਬੂਤ ਮੇਰੇ ਹੱਥ ਹੈ, ਹਰ ਚੀਜ਼ ਮੇਰੇ ਕੋਲੇ ਹੈ। ਇਹਨੂੰ ਮੈਂ ਹਾਈ ਕੋਰਟ 'ਚ ਲੈ ਕੇ ਜਾਵਾਂਗਾ। ਇਹ ਜੋ ਨੂੰ ਮੈਂ ਦੱਸਣਾ ਚਾਹਣਾ ਹੈ, ਮਨਪ੍ਰੀਤ ਨੂੰ ਦੱਸਣਾ ਚਾਹਣਾ, ਮੈਂ ਤਵੀਤ ਦਾ ਖੋਲ ਤਿਆਰ ਕਰ ਲਿਆ। ਹੁਣ ਉਹ 'ਤੇ ਮੰਤਰ ਲਿਖਣਾ, ਤੇ ਉਹ ਮੰਤਰ ਪਾ ਕੇ ਬਠਿੰਡੇ ਦੇ 'ਚ ਅਸੀਂ ਭੇਜਾਂਗੇ, ਤਾਂ ਕਿ ਜਿਹੜਾ ਇੰਨਾ ਕਿ ਜਿਹੜੀ ਪਰੇਸ਼ਾਨੀ ਬਠਿੰਡੇ ਵਾਲਿਆਂ ਨੂੰ ਕੀਤੀ ਆ, ਤੁਹਾਨੂੰ ਆਉਣ ਵਾਲੇ ਟਾਈਮ 'ਚ ਕਿਸੇ ਨੂੰ ਪਰੇਸ਼ਾਨ ਨਾ ਹੋਣਾ ਪਵੇ। ਇਸ ਦੇ ਵਿੱਚ ਤੁਸੀਂ ਐਲੀਗੇਟ ਕਰ ਰਹੇ ਹੋਗੇ ਸਿੱਧੇ ਤੌਰ ਦੇ ਉੱਤੇ ਖਜ਼ਾਨਾ ਮੰਤਰੀ ਅਤੇ ਉਹਨਾਂ ਦੇ ਜਿਹੜੇ ਕਰੀਬੀ ਰਿਸ਼ਤੇਦਾਰ ਨੇ ਜੈਜੀਤ ਸਿੰਘ ਜੋਹਲ, ਉਹਨਾਂ ਦੇ ਉੱਤੇ ਸਿੱਧੇ ਉਹ ਕਰ ਰਹੇ ਹੋਗੇ, ਪਰ ਦੂਸਰੇ ਪਾਸੇ ਉਹ ਤਾਂ ਇਹ ਕਹਿ ਰਹੇ ਨੇ ਕਿ ਵੀ ਇਹਦੇ ਵਿੱਚ ਜੇਕਰ ਸਾਡਾ ਕੋਈ ਕਿਰਦਾਰ ਹੁੰਦਾ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਹੀ ਉੱਥੇ ਰੋਕ ਦਿੰਦੇ, ਕਿ ਉੱਥੇ ਉਸ ਮੁਕਾਮ ਤੱਕ ਪਹੁੰਚਣ ਹੀ ਨਾ ਦਿੰਦੇ ਤੁਹਾਨੂੰ, ਜਿੱਥੇ ਤੱਕ ਤੇ ਤੁਸੀਂ ਮਾਈਨਿੰਗ ਦੀ ਗੱਲ ਕਰ ਰਹੇ ਹੋਗੇ। ਇਹ ਕਹਿ ਰਹੇ ਤਾਂ ਮੈਂ ਆਪਦੀ ਮਾਂ ਦਾ ਦੁੱਧ ਪੀਤਾ ਹੈ। ਬਹੁਤ ਲੋਕ ਗਏ ਆ ਤੇ ਬਹੁਤ ਕੁੱਟ ਕੇ ਭਜਾਏ ਆ ਤੁਸੀਂ, ਮੈਂ ਵੀ ਕਿਸੇ ਹਿਸਾਬ ਨਾਲ ਗਿਆ ਸੀ ਤੇ ਰੋਕਣ ਵਾਲੀ ਤੁਸੀਂ ਪੋਜੀਸ਼ਨ 'ਚ ਮੈਨੂੰ ਰੋਕ ਨਹੀਂ ਸਕਦੇ ਸੀ, ਜਿਹੜੇ ਮੈਂ ਗਿਆ ਸੀਗਾ। ਰੋਕਣਾ ਬੜਾ ਮੁਸ਼ਕਿਲ ਸੀ ਤੁਹਾਥੋਂ, ਠੀਕ ਹੈ। ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੁਹਾਨੂੰ? ਮੈਨੂੰ ਉੱਥੇ ਮੇਰੇ ਤੇ ਹਮਲਾ, ਜਾਨੋਂ ਮਾਰਨ ਦਾ ਹਮਲਾ ਕੀਤਾ ਗਿਆ ਉੱਥੇ ਮੇਰੇ ਉੱਤੇ।
ਉੱਥੇ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਨਾਕਾਬੰਦੀ ਕੀਤੀ ਗਈ ਸੀ, ਤੁਹਾਨੂੰ ਉੱਥੇ ਕੋਈ ਰੋਕਿਆ ਗਿਆ ਸੀਗਾ ਉੱਥੇ? ਨਾਕਾਬੰਦੀ ਵਾਲਾ ਸੁੱਤਾ ਪਿਆ ਸੀ, ਕਿਉਂਕਿ ਜਿਹੜੇ 2 ਨੰਬਰ ਦੇ ਕੰਮ ਕਰਨ ਵਾਲੇ ਬੰਦੇ ਆ ਰਾਤ ਨੂੰ ਡੱਕ ਕੇ ਸੌਂਦੇ ਆ, ਤੇ ਸਾਨੂੰ ਪਤਾ ਹੈ ਵੀ ਉਹ ਰਾਤ ਨੂੰ 8 ਵਜੇ ਤੱਕ ਕੱਢਣੀ, ਅਸੀਂ ਉਦੋਂ ਪਹਿਲਾਂ ਹੀ ਆਪਰੇਸ਼ਨ ਕਰਾਏ ਸੀ। ਉੱਥੇ ਤਾਂ ਪੈਸਕੋ ਵਾਲੇ ਜਿਹੜੇ ਮੁਲਾਜ਼ਮ ਨੇ, ਸਿਕਿਉਰਿਟੀ ਮੁਲਾਜ਼ਮ, ਉਹ ਤੈਨਾਤ ਹੁੰਦੇ ਨੇ ਗੇਟ ਤੇ। ਹਾਂ, ਜਿਹੜੇ ਪੈਸਕੋ ਦੇ ਮੁਲਾਜ਼ਮ ਆ ਸਭ ਸੁੱਤੇ ਪਏ ਸੀ, ਸਾਰੇ ਸੁੱਤੇ। 7:30 ਵਜੇ ਸਵੇਰੇ ਗਏ ਸੀ? 7 ਵਜੇ ਗਏ ਸੀ। ਕਿੰਨੇ ਜਣੇ ਸੀਗੇ ਤੁਸੀਂ? 4 ਜਣੇ। ਤੁਹਾਨੂੰ ਇਹ ਪਤਾ ਸੀਗਾ, ਅੰਦਾਜ਼ਾ ਸੀਗਾ ਕਿ ਸ਼ਾਇਦ ਤੁਹਾਡੇ ਉੱਤੇ ਵੀ ਕੋਈ ਹਮਲਾ ਹੋ ਸਕਦਾ, ਕੋਈ ਅੰਦਾਜ਼ਾ ਸੀਗਾ ਉਸ ਸਮੇਂ? ਅਸੀਂ ਪਰਮਾਤਮਾ ਨੂੰ ਮੰਨਣ ਵਾਲੇ ਇਨਸਾਨ ਹੈ। ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ, ਜਿਵੇਂ ਸਾਡੇ ਨਾਲ ਜਾ ਰਿਹਾ ਹੈ ਤੇ ਸਾਡੇ ਵਾਸਤੇ ਕੋਈ ਨੁਕਸਾਨ ਨਹੀਂ ਕਰ ਸਕਦਾ, ਉਸ ਨੂੰ ਨਾਲ ਲੈ ਕੇ ਗਏ ਸੀ। ਤੇ ਉੱਥੇ ਅਸੀਂ ਪਹੁੰਚੇ ਤੇ ਜਿਹੜਾ ਸਾਰਾ ਇਹਨਾਂ ਦਾ ਜਿਹੜਾ ਨੰਗਿਆ ਕੀਤਾ, ਉੱਥੇ ਇਹਨਾਂ ਦੇ ਕਿਰਦਾਰ ਨੂੰ ਨੰਗਿਆ ਕੀਤਾ, ਜਿਹੜਾ ਸ਼ਹੀਦਾਂ ਦੀ ਮਿੱਟੀ ਮੱਥੇ ਤੇ ਲਾ ਕੇ ਰਾਜਨੀਤੀ ਨੂੰ ਚੇਂਜ ਕਰਨਾ ਆਏ ਸੀਗੇ, ਉਹਨਾਂ ਦੀ ਚੇਂਜ ਕੀਤੀ, ਜਿਹੜੀ ਅਸੀਂ ਨਾ ਉਹਦੇ ਕਿਰਦਾਰ, ਉਹਨੂੰ ਅਸੀਂ ਨੰਗਿਆ ਕੀਤਾ। ਤੁਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੇ ਵੱਲੋਂ ਜਿਹੜੀ ਇਸ ਪੂਰੇ ਮੁੱਦੇ ਨੂੰ ਮੁੱਖ ਮੰਤਰੀ ਦੇ ਵੱਲ ਆਵਾਜ਼ ਚੁੱਕੀ ਗਈ ਹੈ ਕਿ ਇਸ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ, ਕਿ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ, ਕਿਸ ਤਰੀਕੇ ਨਾਲ ਵੇਖ ਰਹੇ ਹੋ ਤੁਸੀਂ ਉਹਨਾਂ ਦੀ ਪਾਰਟੀ ਦੇ? ਬਿਲਕੁਲ, ਮੈਂ ਧੰਨਵਾਦ ਕਰਨਾ ਚਾਹੂੰਗਾ ਰਵਨੀਤ ਬਿੱਟੂ ਦਾ, ਰਾਜਾ ਵੜਿੰਗ ਦਾ, ਹੋਰ ਵੀ ਲੋਕਾਂ ਦੇ ਜਿਹੜੇ ਪ੍ਰੈਸ ਨੋਟ ਆਏ ਹੈ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ, ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਲੋਕ, ਜੋ ਗੁੰਡਾਗਰਦੀ ਦਾ ਨੰਗਾ ਨਾਚ, ਜੋ ਪ੍ਰਸ਼ਾਸਨ ਦੀਆਂ ਸ਼ਕਤੀਆਂ ਨੂੰ ਮਤਲਬ ਰਗੜਿਆ ਗਿਆ ਹੈ, ਜੋ ਬਠਿੰਡਾ ਦੇ ਵਿੱਚ ਹੋਇਆ, ਅੱਜ ਤੱਕ ਬਿਹਾਰ ਬਹੂਰ ਦੇ ਵਿੱਚ ਕਿਤੇ ਨਹੀਂ ਹੋਇਆ ਹੋਣਾ ਜਿਹੜਾ ਬਠਿੰਡਾ ਦੇ ਵਿੱਚ ਹੋ ਰਿਹਾ, ਤਾਂ ਇਹ ਜੀ ਰਾਜਨੀਤੀ ਜਿਹੜੀ ਗਰਕਣ ਤੇ ਜਾ ਰਹੀ ਹੈ, ਉਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਹੀ, ਚਾਹੇ ਰਾਜਨੀਤਿਕ ਪਾਰਟੀ ਨਾਲ ਹੈ, ਚਾਹੇ ਕਾਂਗਰਸ ਨਾਲ ਹੈ, ਚਾਹੇ ਅਕਾਲੀ ਦਲ ਨਾਲ ਹੈ, ਬੀਜੇਪੀ ਨਾਲ ਹੈ, ਚਾਹੇ ਕੋਈ ਵੀ ਪਾਰਟੀ ਹੈਗਾ, ਸਾਨੂੰ ਇਕੱਠਿਆਂ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਕਿ ਜਿਹੜੇ ਇੰਨੀਆਂ ਮਤਲਬ ਇਸ ਗੱਲ ਤੇ ਉੱਭਰੇ ਹੋਏ ਲੋਕ, ਇਹ ਮਾਈਨਿੰਗ ਨਹੀਂ ਹੈ, ਇਹ ਡਾਕਾ ਹੈ। ਸਰਕਾਰੀ ਪ੍ਰਾਪਰਟੀ ਤੇ ਮਾਈਨਿੰਗ ਤਾਂ ਉਹ ਹੁੰਦੀ ਹੈ ਵੀ ਜੇ ਅਪਰੂਵ ਹੋਵੇ ਤੇ ਉਹਦੇ ਵਿੱਚੋਂ ਅੱਧਾ ਕੱਢ ਲਿਆ, ਅੱਧਾ ਛੱਡਤਾ, ਵੀ ਇੱਕ ਟੋਆ ਹੈਗਾ ਨਾਲ ਹੋਰ ਖੱਡਾ ਹੋ ਲਿਆ। ਇੱਥੇ ਤਾਂ ਖੱਡਾ ਹੀ ਹੈ ਨਹੀਂ, ਇੱਥੇ ਕੋਈ ਮਨਜ਼ੂਰੀ ਹੀ ਹੈ ਨਹੀਂ, ਇੱਥੇ ਤਾਂ ਕੋਈ ਹੈ ਹੀ ਨਹੀਂ ਕੁਛ, ਤੇ ਉੱਥੋਂ ਜਾ ਕੇ ਰੇਤਾ ਕੱਢਿਆ ਜਾ ਰਿਹਾ, ਸਰਕਾਰੀ ਜ਼ਮੀਨ ਦੇ ਉੱਤੇ ਕੱਢਿਆ ਜਾ ਰਿਹਾ। ਤੇ ਇਸ ਨੂੰ ਲੈ ਕੇ ਤੁਸੀਂ ਕਿਵੇਂ ਵੇਖ ਰਹੇ ਹੋ? ਕਿਉਂਕਿ ਅਕਾਲੀ ਦਲ ਪਾਰਟੀ ਦੇ ਉੱਤੇ ਵੀ ਇਲਜ਼ਾਮ ਲੱਗਦੇ ਰਹੇ ਆ, ਪਹਿਲਾਂ ਇਸ ਮਾਈਨਿੰਗ ਨੂੰ ਲੈ ਕੇ, ਰੇਤ ਮਾਫੀਆ ਨੂੰ ਲੈ ਕੇ, ਤੇ ਹੁਣ ਕਿਤੇ ਸਰਕਾਰ ਜਿਹੜੀ ਸੱਤਾਧਾਰੀ ਕਾਂਗਰਸ ਪਾਰਟੀ ਹੈ, ਤੇ ਹੁਣ ਤੁਹਾਡੇ ਵੱਲੋਂ ਇਲਜ਼ਾਮ ਉਹਨਾਂ ਦੇ ਉੱਤੇ ਲੱਗ ਰਹੇ ਨੇ। ਦੇਖੋ, ਮੈਂ ਕਿਸੇ ਦੇ ਇਲਜ਼ਾਮਾਂ ਦੀ ਗੱਲ ਨਹੀਂ ਕਰਦਾ ਵੀ ਕਿੱਥੇ ਕੀ ਹੋ ਰਿਹਾ। ਮੈਂ ਬਠਿੰਡੇ ਦੇ ਵਿੱਚ 10 ਸਾਲ ਰਾਜਨੀਤੀ ਕੀਤੀ ਹੈ। ਬਠਿੰਡੇ ਦੇ ਵਿੱਚ ਮੇਰੇ ਤੇ ਕੋਈ ਇਲਜ਼ਾਮ 10 ਸਾਲਾਂ ਦੇ ਅਖਬਾਰ ਦੇ ਵਿੱਚ ਆਇਆ ਹੋਵੇ ਇਸ ਤਰ੍ਹਾਂ ਦਾ, ਤਾਂ ਵੀ ਮੈਂ ਰਾਜਨੀਤੀ ਤੋਂ ਰਿਜ਼ਾਈਨ ਕਰ ਜਾਊਂਗਾ। ਪਾਰਟੀ ਦੀ ਮੈਂ ਗੱਲ ਕਰ ਰਿਹਾ, ਤੁਹਾਡੀ ਹੀ ਪਾਰਟੀ ਦੇ। ਮੇਰੀ ਪਾਰਟੀ ਦੇ ਅਲੱਗ ਐਮਐਲਏ ਹੈ, ਉਹਨਾਂ ਨੇ ਆਪਦੇ ਕੰਮ ਕੀਤੇ, ਕੀ ਨਹੀਂ ਕੀਤੇ, ਮੈਂ ਉਹਨਾਂ ਦਾ ਕੀ ਜਵਾਬ ਦੇ ਸਕਦਾ? ਮੈਂ ਉਹਨਾਂ ਦਾ ਜਵਾਬ, ਮੈਂ ਤਾਂ ਕਾਂਗਰਸ ਦੀ ਗੱਲ ਹੀ ਨਹੀਂ ਕਰ ਰਿਹਾ। ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਤੁਹਾਡੇ ਪਹਿਲਾਂ ਪਾਰਟੀ ਦੇ ਉੱਤੇ ਲੱਗਦੇ ਰਹੇ? ਨਹੀਂ, ਮੈਂ ਕਿਸੇ ਦੀ ਗੱਲ ਹੀ ਕਿਉਂ ਕਰਾਂ? ਮੈਂ ਕਾਂਗਰਸ ਪਾਰਟੀ ਦੀ ਗੱਲ ਕਰ ਰਿਹਾ ਵੀ ਕਾਂਗਰਸ ਪਾਰਟੀ ਡਾਕੇ ਮਾਰ ਰਹੀ ਹੈ। ਮੈਂ ਤਾਂ ਕਿਹਾ ਮਨਪ੍ਰੀਤ ਤੇ ਜੋ ਮਾਰ ਰਿਹਾ ਡਾਕੇ, ਮੈਂ ਤਾਂ ਪੰਜਾਬੀ 'ਚ ਹੀ ਕਰ ਰਿਹਾ। ਮੈਂ ਬਠਿੰਡੇ ਦੀ ਗੱਲ ਕਰ ਰਿਹਾ, ਮੈਂ ਆਪਦੀ ਪਾਰਟੀ ਨੂੰ ਜੋੜ ਹੀ ਨਹੀਂ ਰਿਹਾ। ਮੇਰੀ ਪਾਰਟੀ ਦੇ ਜੋ ਕਿਸੇ ਐਮਐਲਏ ਨੇ ਕੀਤਾ ਹੈ ਤਾਂ ਉੱਥੇ ਜਾ ਕੇ ਕਾਂਗਰਸੀ ਉਹਨਾਂ ਦੇ ਪਰਚੇ ਦਰਜ ਕਰਾ ਦੇਣ। ਜੇ ਮੈਂ ਪਰਚੇ ਦੀ ਦਰਜ ਕਰ ਰਿਹਾ, ਜੇ ਮੇਰੇ ਪਾਰਟੀ ਦੇ ਵਿੱਚ ਕੀਤਾ, ਉਹ ਵੀ ਪਰਚੇ ਦਰਜ ਕਰਾ ਦੇਣ। ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਮੈਂ ਤਾਂ ਇੱਕ ਗੱਲ ਦੀ ਗਰੰਟੀ ਲੈਣਾ, ਬਠਿੰਡੇ ਸ਼ਹਿਰ ਦੇ ਗਵਾਹ ਹੈ ਬੰਦੇ ਸਾਰੇ, ਇੱਕ ਰੇਤ ਦੀ ਟਰਾਲੀ, ਇੱਕ ਕੋਈ ਸੁਆਹ ਦੀ ਟਰਾਲੀ, ਇੱਕ ਕੋਈ ਖਬਰ, ਕੋਈ ਪੈਸੇ ਲੈਣ ਦੀ ਖਬਰ, ਤਾਂ ਜੋ ਮਰਜ਼ੀ ਮੈਨੂੰ ਕਰ ਦੇਣ, ਤਾਂ ਵੀ ਮੈਂ ਰਾਜਨੀਤੀ ਤੋਂ ਪਾਸੇ ਹਟ ਜਾਊਂਗਾ। ਤੇ ਇਹ ਤਾਂ ਭੈਣ ਜੋ ਖਬਰਾਂ ਤੋਂ ਇਲਾਵਾ ਨਿਕਲੇ ਹੀ ਨਹੀਂ। 4.5 ਸਾਲ ਹੋ ਗਏ। ਮੇਰਾ ਖਿਆਲ ਆ ਵੀ ਸਾਰਾ ਅਖਬਾਰ ਇਹਨਾਂ ਦੀਆਂ ਖਬਰਾਂ ਨਾਲ ਭਰਿਆ ਪਿਆ ਹੁੰਦਾ। ਇਹਨਾਂ ਨੂੰ ਤਾਂ ਚੂੜੀ 'ਚ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ। ਇਹ ਜਿਹੜਾ ਖੁਲਾਸਾ ਹੋਇਆ, ਜੇ ਕੋਈ ਚੰਗਾ ਮਤਲਬ ਆਪਦੇ ਆਪ ਨੂੰ ਮਤਲਬ ਸਮਝਣ ਵਾਲਾ ਜੇ ਕੋਈ ਵੱਡਾ ਦਿਲ ਹੁੰਦਾ ਤਾਂ ਮਨਪ੍ਰੀਤ ਬਾਦਲ ਸਾਹਿਬ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀਗਾ। ਇਸ ਤੇ ਜਿੰਨਾ ਚਿਰ ਇਨਕੁਆਇਰੀ ਨਹੀਂ ਹੁੰਦੀ ਸੀ। ਤੁਸੀਂ ਸਿੱਧੇ ਤੌਰ ਤੇ ਉੱਤੇ ਇਲਜ਼ਾਮ ਲਗਾ ਰਹੇ ਹੋ, ਹੁਣ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰ ਰਹੇ ਹੋ? ਮੈਂ ਕਿਹਦੇ ਉੱਤੇ ਕਾਰਵਾਈ ਦੀ ਮੰਗ? ਮੈਂ ਉਹ ਸਾਰੇ ਬੰਦਿਆਂ ਦੇ ਕਾਰਵਾਈ ਦੀ ਮੰਗ ਕਰ ਰਿਹਾ ਜਿਹੜੇ ਇਹਦੇ ਵਿੱਚ ਜੁੜੇ ਹੋਏ ਆ। ਬਹੁਤ ਵੱਡਾ ਰੈਕਟ ਹੈ, ਇਨਵੋਲਵਮੈਂਟ ਹੈ ਇਹਦੇ ਵਿੱਚ, ਬਹੁਤ ਵੱਡਾ ਰੈਕਟ ਹੈ। ਸਬੂਤ ਇਸ ਤੋਂ ਇਲਾਵਾ ਜਿਹੜੀ ਤੁਹਾਡੇ ਕੋਲੇ ਤੁਸੀਂ ਹੋਰ ਵੀ ਹੈਗੇ? ਇਹਨਾਂ ਦਾ ਹੈਗੇ? ਸਬੂਤ ਤਾਂ ਦੇਵਾਂਗੇ। ਉਹ ਇਹਨਾਂ ਨੂੰ ਸਬੂਤ ਦੇਣ ਦਾ ਕੀ ਆਈਡੀਆ ਹੈ? ਕੋਈ ਇਨਕੁਆਇਰੀ ਲਾਉਣ, ਸਬੂਤ ਦੇਵਾਂਗੇ, ਸਬੂਤ ਪੂਰੇ ਦੇਵਾਂਗੇ। ਇਹਨਾਂ ਨੂੰ ਪੂਰੇ ਫਰੇਮ 'ਚ ਫਿੱਟ ਕਰਕੇ ਪੂਰੀ ਤਰ੍ਹਾਂ ਉਸ ਅੰਜਾਮ ਤੇ ਪਹੁੰਚਾਵਾਂਗੇ ਜਿਹੜੇ ਗਾਂਹ ਨੂੰ ਇਹ ਜਿਹੜੇ ਹੈਗੇ ਭੁੱਲ ਜਾਣ
ਕਿ ਇਸ ਤਰ੍ਹਾਂ ਦੇ ਪੈਸੇ ਨੂੰ ਕਿਵੇਂ ਵਰਤੇ ਜਾਂਦਾ। ਤਾਂ ਇਹਨੇ ਅਕਾਲੀ ਦਲ ਪਾਰਟੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜਿਨ੍ਹਾਂ ਨੇ ਜੋ ਬੀਤੇ ਦਿਨ ਜਿਹੜਾ ਇੱਕ ਮਾਈਨਿੰਗ ਮਸਲੇ ਦੀ ਆਵਾਜ਼ ਚੁੱਕੀ ਸੀ, ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਹਲ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਨੇ ਕਿ ਇਹ ਮਾਈਨਿੰਗ ਜਿਹੜੀ ਹੈਗੀ ਆ ਉਹ ਆਪਣੇ ਅਧਿਕਾਰੀਆਂ ਦੇ ਨਾਲ ਮਿਲ ਕੇ ਕਰਵਾ ਰਹੇ ਨੇ, ਜਿਸ ਦੀ ਮੁਕੰਮਲ ਤੌਰ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ, ਜਿਸ ਦੇ ਵਿੱਚ ਸਕੈਮ ਘੁਟਾਲਾ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਜਨਤਕ ਹੋਣਾ ਚਾਹੀਦਾ। ਤੇ ਇਸ ਨੂੰ ਲੈ ਕੇ ਇਹਨਾਂ ਨੇ ਇਹ ਵੀ ਕਿਹਾ ਕਿ ਵੀ ਇਹਨਾਂ ਜੇਕਰ ਕਾਰਵਾਈ ਨਹੀਂ ਹੁੰਦੀ ਆ ਤਾਂ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਠੀ ਤੱਕ ਅਰਧਨਗਨ ਅਵਸਥਾ ਦੇ ਵਿੱਚ ਐਜੀਟੇਸ਼ਨ ਵੀ ਕਰਨਗੇ। ਇਸ ਪੂਰੀ ਗੱਲਬਾਤ ਦੇ ਵਿੱਚ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਸਰੂਪ ਚੰਦ ਸਿੰਗਲਾ ਬਹੁਤ ਖੁੱਲ ਕੇ ਇਸ ਮਸਲੇ ਦੇ ਉੱਤੇ ਬੋਲਦੇ ਆ ਔਰ ਉਹ ਗੰਭੀਰ ਜਿਹੜੇ ਇਲਜ਼ਾਮ ਲਾਉਂਦੇ ਆ ਔਰ ਨਾਲ ਦੀ ਨਾਲ ਉਹ ਕਹਿੰਦੇ ਆ ਕਿ ਅਸੀਂ ਜਿਹੜੇ ਹੱਕ ਸੱਚ ਦੇ ਉੱਤੇ ਪਹਿਰਾ ਦਿੰਦੇ ਰਹਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਚ ਜੋ ਮਰਜ਼ੀ ਕਿਹਾ ਜਾਵੇ। ਔਰ ਬੜੇ ਕੌਨਫੀਡੈਂਸ ਦੇ ਨਾਲ ਉਹ ਇਹ ਚੀਜ਼ ਕਹਿੰਦੇ ਆ ਕਿ ਅਸੀਂ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਔਰ ਸਾਡੀ ਜਾਨ ਨੂੰ ਵੀ ਖਤਰਾ ਉੱਥੇ ਖੜਾ ਹੋਇਆ, ਉੱਥੇ ਮੌਜੂਦ ਲੋਕਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਾਵਜੂਦ ਇਸ ਦੇ ਮੈਂ ਜਿਹੜਾ ਸੱਚ ਦੀ ਤਸਵੀਰ ਸਾਹਮਣੇ ਲੈ ਕੇ ਆਇਆ। ਔਰ ਇਸ ਪੂਰੇ ਮਸਲੇ ਦੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਮੇਤ ਵੱਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਜਾਂ ਮੰਤਰੀ ਹੈਗੇ ਆ ਉਹਨਾਂ ਨੇ ਵੀ ਟਵੀਟ ਕਰਕੇ ਇਸ ਮਾਮਲੇ ਨੂੰ ਕੁਝ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਉਹ ਪੱਖ ਆ ਜਾਂਦਾ ਹੈ ਕਿ ਜਿੱਥੇ ਇਸ ਮਾਈਨਿੰਗ ਦਾ ਮਸਲਾ ਉਠਾਇਆ ਗਿਆ ਕਿ ਇਸ ਜਗ੍ਹਾ ਤੇ ਮਾਈਨਿੰਗ ਹੁੰਦੀ ਹੈ, ਇਸ ਜਗ੍ਹਾ ਤੋਂ ਜਿਹੜੀ ਆ ਰਾਖ ਜਿਹੜੀ ਆ ਉਹ ਨਜਾਇਜ਼ ਤਰੀਕੇ ਦੇ ਨਾਲ ਦੂਜੀਆਂ ਜਗ੍ਹਾ ਤੇ ਲਿਜਾਈ ਜਾਂਦੀ ਆ, ਉੱਥੇ ਵੀ ਸਾਡੇ ਜਿਹੜੇ ਆ ਪੱਤਰਕਾਰ ਪਹੁੰਚੇ ਔਰ ਉੱਥੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ, ਉੱਥੇ ਮੌਜੂਦ ਲੋਕ ਜਿਹੜੇ ਸੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਲੋਕ ਆਏ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੀਆਂ-ਕਿਹੜੀਆਂ ਕੰਪਨੀਆਂ ਨੂੰ ਕਿਹੜੇ-ਕਿਹੜੇ ਭੱਠਿਆਂ ਨੂੰ ਜਿਹੜੀ ਇਹ ਰਾਖ ਜਾਂਦੀ ਆ ਔਰ ਪ੍ਰੋਪਰ ਮਨਜ਼ੂਰੀ ਦੇ ਨਾਲ ਜਾਂਦੀ ਆ। ਔਰ ਉਹਨਾਂ ਨੇ ਇਹ ਵੀ ਜਿਹੜਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ, ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵੀ ਇੱਕ ਐਮਐਲਏ ਨੇ ਜਿਹੜੇ ਆ ਇਸ ਤਰ੍ਹਾਂ ਦੇ ਕੁਝ ਆਰੋਪ ਲਾਏ ਸੀ, ਪਰ ਪ੍ਰਸ਼ਾਸਨ ਦੀ ਜਾਂਚ ਦੇ ਵਿੱਚੋਂ ਨਿਕਲਿਆ ਕੁਝ ਨਹੀਂ ਸੀ। ਸੋ ਮੌਕੇ ਤੇ ਮੌਜੂਦ ਲੋਕ ਤੇ ਇਹਦੇ ਖਿਲਾਫ ਹੋਰ ਲੋਕ ਜਿਹੜੇ ਆ ਕੀ ਕਹਿ ਰਹੇ ਆ ਉਹਨਾਂ ਦੀ ਵੀ ਗੱਲਬਾਤ ਸੁਣਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਟਹਿਲ ਸਿੰਘ ਬੁੱਟਰ ਟਰਾਂਸਪੋਰਟਰ ਇੱਥੇ ਆ ਜਿਹੜਾ ਅਸੀਂ ਬਠਿੰਡੇ ਦੇ ਥਰਮਲ ਪਲਾਂਟ ਦੀ ਜਿਹੜੀ ਹੈਗੀ ਆ ਇਹ ਝੀਲ ਹੈਗੀ ਆ, ਜਿਹੜੀ ਮੇਰੇ ਖਿਆਲ ਕੋਈ 500 ਏਕੜ ਦੇ ਵਿੱਚ ਫੈਲੀ ਹੋਈ ਹੈਗੀ ਆ। ਇਹ ਮੈਂ ਚਾਨਣਾ ਪਾਉਣਾ ਚਾਹੁੰਦਾ ਕਿ ਇਹ ਥਰਮਲ ਦੀ 30-35 ਸਾਲ ਪਹਿਲਾਂ ਦੀ ਉਸ ਸਮੇਂ ਜਦੋਂ ਕਿ ਇਹਨੂੰ ਫਲਾਈ ਐਸ਼ ਨੂੰ ਕੋਈ ਇਹ ਵਰਤੋਂ 'ਚ ਨਹੀਂ ਆਉਂਦੀ ਸੀਗੀ ਤੇ ਇਹਨੂੰ ਇੱਕ ਝੀਲ ਦਾ ਰੂਪ ਧਾਰ ਕੇ ਮੇਰੇ ਖਿਆਲ 30 ਫੁੱਟ ਡੂੰਘੀ ਝੀਲ ਹੈ, ਇਹਦੇ ਵਿੱਚ ਇਹ ਸਾਰੀ ਜਿਹੜੀ ਇਹਨੂੰ ਪਾਉਂਡ ਐਸ਼ ਹੈ, ਇਹ ਫਲਾਈ ਐਸ਼ ਹੁੰਦੀ ਹੈ ਜਿਹੜੀ ਫਰੈਸ਼ ਹੁੰਦੀ ਹੈ, ਇਹ ਪਾਉਂਡ ਐਸ਼ ਹੈ। ਅੱਜ ਸਾਡੇ ਮਾਨਯੋਗ ਜਿਹੜੇ ਇੱਥੇ ਪਹਿਲਾਂ ਐਮਐਲਏ ਰਹੇ ਨੇ ਅਕਾਲੀ ਦਲ ਦੇ ਲੀਡਰ ਨੇ ਸਰੂਪ ਚੰਦ ਸਿੰਗਲਾ ਜੀ, ਉਹਨਾਂ ਨੇ ਇੱਥੇ ਆ ਕੇ ਸੁਬਾਹ ਇੱਕ ਮਸਲਾ ਖੜਾ ਕੀਤਾ ਕਿ ਜੀ ਜਿਹੜਾ ਇੱਥੇ ਘੱਗਰ ਸੈਂਡ ਜਿਹੜਾ ਹੈਗਾ ਇੱਥੇ ਕੱਢਿਆ ਜਾ ਰਿਹਾ, ਮੈਂ ਸਿੰਗਲਾ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਚਿੱਕੜ ਨਾ ਸੁੱਟੋ। ਇਹ ਪਿਛਲੇ 10-15 ਸਾਲਾਂ ਤੋਂ ਇਹ ਕੰਮ ਚੱਲਦਾ ਰਿਹਾ, ਮੇਰਾ ਖਿਆਲ 8-9 ਸਾਲ ਤੋਂ ਤਾਂ ਜਿਹੜਾ ਮੇਰੀ ਕੰਪਨੀ ਅਸੀਂ ਜਿਹੜਾ ਇੱਥੇ ਕੰਮ ਕਰ ਰਹੇ ਹਾਂ। ਇਸੇ ਤਰ੍ਹਾਂ ਅੰਬੂਜਾ ਫੈਕਟਰੀ ਹੈ, ਇੱਕ ਬਹੁਤ ਵੱਡੀ ਫੈਕਟਰੀ ਹੈ, ਉਹ ਇੱਥੋਂ ਉੱਥੇ ਵੀ ਜਾ ਰਿਹਾ ਹੈਗਾ। ਆ ਡੀਟੀਸੀ ਦੇ ਜਿਹੜੇ ਸਾਡੇ ਖੜੇ ਨੇ ਜਿਨ੍ਹਾਂ ਦੀਆਂ ਮੇਰਾ ਖਿਆਲ ਰੋਜ਼ 5-10 ਗੱਡੀਆਂ ਜਿਹੜੀਆਂ ਇੱਥੇ ਵੀ ਜਾਂਦੀਆਂ, ਦਰਲਾਘਾਟ ਵੀ ਜਾਂਦੀਆਂ। ਮੇਰਾ ਪਠਾਨਕੋਟ ਜਾਂਦਾ, ਮੋਗੇ ਦੇ ਮੇਰਾ ਖਿਆਲ 20-22 ਜਿਹੜੇ ਸਾਡੇ ਹੈਗੇ ਭੱਠੇ ਹੈਗੇ ਆ, ਅਲੱਗ-ਅਲੱਗ, ਜਿਵੇਂ ਸਰਦਾਰ ਜੀ ਦੇ ਆ ਭੱਠੇ ਆ, ਇਹਨਾਂ ਦੇ ਭੱਠੇ ਹੈਗੇ ਆ। ਇਹ ਸਾਰੇ ਲੋਕ ਇੱਥੋਂ ਮਨਜ਼ੂਰੀਆਂ ਬਕਾਇਦਾ ਲੈ ਕੇ, ਕੋਈ ਇਹ ਨਹੀਂ ਆ ਵੀ ਇਹ ਕੋਈ ਧੰਦਾ ਚੱਲ ਰਿਹਾ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 3-4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਨੇ ਵੀ ਬੜੇ ਜ਼ੋਰ ਸ਼ੋਰ ਨਾਲ ਅਖਬਾਰਾਂ ਦੇ ਵਿੱਚ ਦਿੱਤਾ ਸੀਗਾ 1 ਕਰੋੜਾਂ ਰੁਪਏ ਦਾ ਘਪਲਾ ਹੈਗਾ। ਹਾਲਾਂਕਿ ਪ੍ਰਸ਼ਾਸਨ ਨੇ ਉਹਦੀ ਪੂਰੀ ਛਾਣਬੀਨ ਕੀਤੀ ਤੇ ਉਹਦੇ ਵਿੱਚ ਇਹ ਨਿਕਲਿਆ ਵੀ ਕੁਝ ਨਹੀਂ, ਕਿਉਂਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਅਸੀਂ ਮਨਜ਼ੂਰੀ ਲੈ ਕੇ ਕੰਮ ਕਰ ਰਹੇ ਹਾਂ। ਇੱਕ ਭੱਠੇ ਦੀ ਮਨਜ਼ੂਰੀ ਹੈ ਸਾਡੇ ਕੋਲੇ, ਹਰੇਕ ਜਿਹੜੀ ਫੈਕਟਰੀ ਦੀ ਮਨਜ਼ੂਰੀ ਹੈ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਜਿਹੜੀ ਆ ਪਾਉਂਡ ਐਸ਼ ਹੈਗੀ ਆ, ਇਹਨੂੰ ਪਾਉਂਡ ਐਸ਼ ਕਹਿੰਦੇ ਆ। ਇਹ ਪਾਉਂਡ ਐਸ਼ ਜਿਹੜੀ ਹੈਗੀ ਆ ਇਹ ਬਕਾਇਦਾ ਜਿਹੜੀ ਇੱਟ ਬ੍ਰਿਕਸ ਜਿਹੜੀ ਟਾਇਲ ਹੈਗੀ ਆ, ਜਿਹੜੀ ਜਿਵੇਂ ਸਰਕਾਰੀ ਅਦਾਰਿਆਂ ਦੇ ਵਿੱਚ ਉਹਦੀਆਂ ਕੰਧਾਂ ਦੀ ਚਨਾਈ ਹੁੰਦੀ ਹੈ ਉਹਦੇ ਵਿੱਚ ਵਰਤੀ ਜਾਂਦੀ ਆ, ਜਾਂ ਇਹ ਸੀਮੈਂਟ ਫੈਕਟਰੀਆਂ ਦੇ ਵਿੱਚ ਜਿਹੜੀ ਆ ਕੁਝ ਮਾਤਰਾ ਵਰਤੀ ਜਾਂਦੀ ਆ। ਇਹ ਜ਼ਿਆਦਾਤਰ ਜਿਹੜੇ ਸਾਡੇ ਭੱਠੇ ਹੈਗੇ ਆ, ਲਾਲ ਇੱਟ ਦੇ ਭੱਠੇ ਆ, ਉਹਦੇ ਵਿੱਚ ਵਰਤੀ ਜਾਂਦੀ ਆ। ਮਾਨਯੋਗ ਸੁਪਰੀਮ ਕੋਰਟ ਨੇ ਮੇਰਾ ਖਿਆਲ 15 ਸਾਲ ਪਹਿਲਾਂ ਇੱਕ ਜਿਹੜਾ ਫੈਸਲਾ ਕੀਤਾ ਹੈਗਾ ਕਿ ਜਿਹੜੀ ਇਹ ਫਲਾਈ ਐਸ਼ ਪਈ ਆ ਅਲੱਗ-ਅਲੱਗ ਥਰਮਲਾਂ ਦੇ ਵਿੱਚ, ਇਹਨੂੰ ਯੂਜ਼ ਕੀਤਾ ਜਾਵੇ। ਇਹ ਜਿਹੜੀ ਇੰਨੀ ਮਾਤਰਾ ਇਹ ਭੱਠਿਆਂ ਦੇ ਵਿੱਚ ਫੂਡ ਸਪਲਾਈ ਡਿਪਾਰਟਮੈਂਟ ਨੇ ਕੁਝ ਮਾਤਰਾ ਜਿਹੜੀ ਹੈਗੀ ਹੈ ਉਹ ਜ਼ਰੂਰੀ ਕੀਤੀ ਹੋਈ ਹੈ, ਪਰ ਭੱਠਾ ਐਸੋਸੀਏਸ਼ਨ ਪੰਜਾਬ ਨੇ ਇਹਦਾ ਸਟੇ ਲਿਆ ਹੋਇਆ। ਜੇਕਰ ਉਹ ਸਟੇ ਟੁੱਟ ਜਾਂਦਾ ਹੈਗਾ
ਤਾਂ ਮੇਰਾ ਖਿਆਲ ਆ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਟਰੱਕਾਂ ਵਾਲਿਆਂ ਨੂੰ ਲੋਕਾਂ ਨੂੰ ਬਹੁਤ ਵੱਡਾ ਇਹ ਜਿਹੜਾ ਫਾਇਦਾ ਹੋਊਗਾ। ਮੈਂ ਫੇਰ ਬੇਨਤੀ ਕਰਦਾ ਹਾਂ ਕਿ ਸਿੰਗਲਾ ਸਾਹਿਬ ਤੁਹਾਨੂੰ ਮੇਰਾ ਖਿਆਲ ਆ ਉਨੀ ਸਮਝ ਨਹੀਂ ਹੁੰਦੀ ਕਿ ਜਿਹੜੀ ਤੁਸੀਂ ਚੱਕ ਕੇ ਵੀਡੀਓ ਬਣਾਦੇ ਹੋ ਇਹਦਾ ਘੱਗਰ ਸੈਂਡ ਕਿਵੇਂ ਬਣ ਜੂਗਾ। ਦੂਸਰਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਜਿਹੜੀ ਮਿੱਟੀ ਦੀ ਗੱਲ ਕਰਦੇ ਹੋ, ਇਹ ਜਦੋਂ ਇੱਥੋਂ ਟਰੱਕ ਜਾਂਦਾ ਹੈ ਸੁਬਾਹ ਮੇਰਾ ਖਿਆਲ ਆ ਇਹ ਮੁੰਡੇ ਜਿਹੜੇ ਹੈਗੇ ਆ, ਜਿਵੇਂ ਸਾਡਾ ਪਾਲੀ ਹੈਗਾ ਮੁੰਡਾ, ਇਹਦੀ ਜੇਸੀਬੀ ਆ, ਇਹਦੇ ਕੋਲ ਮਸ਼ੀਨਾਂ ਨੇ। ਇਹਦੀ ਕਿਸਮਤ ਹੈ ਅਸੀਂ ਜਿਹੜੇ 10 ਮੇਰਾ ਖਿਆਲ 8-10 ਟਰਾਂਸਪੋਰਟਰ ਹੈਗੇ ਆ, ਅਸੀਂ ਇਹਨਾਂ ਨੂੰ ਆਪਦੀ ਜਿਹੜੀ ਭਰਾਈ ਹੈਗੀ ਆ ਇਹ ਦਿੰਨੇ ਹੈਗੇ ਆ। ਤਾਂ ਇਹਦੀ ਕਿਸਮਤ ਰਹਿ ਗਈ ਕਿ ਰੋਜ਼ ਦੇ 2 ਟਰੱਕ ਵੀ ਆ ਸਕਦੇ ਆ, 10 ਵੀ ਆ ਸਕਦੇ ਆ, 20 ਵੀ ਆ ਸਕਦੇ ਆ। ਤੇ ਇਹ ਜਿਹੜਾ ਸਾਡਾ ਇਹਦੇ ਨਾਲ ਜਿਹੜਾ ਮਕਾਤਾ ਕੀਤਾ ਹੋਇਆਗਾ। ਜਿਹੜੀ ਗੱਲ ਕਰ ਰਹੇ ਆ ਕਿ ਇੱਥੋਂ ਮਿੱਟੀ ਨਿਕਲਦੀ ਆ, ਮੈਂ ਸ਼੍ਰੀਮਾਨ ਜੀ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਸਰਕਾਰੀ ਝੀਲ ਹੈ, 30 ਫੁੱਟ ਡੂੰਘੀ ਝੀਲ ਹੈ। ਇਹ ਟੈਕਨੀਕਲ ਤੌਰ ਤੇ ਬਣਾਈ ਗਈ ਝੀਲ ਹੈਗੀ ਆ। ਇਹ ਕੋਈ ਇਹ ਨਹੀਂ ਕਿ ਇਹ ਕੋਈ ਖੇਤ ਹੈ ਵੀ ਇਹਦੇ ਵਿੱਚੋਂ ਕੋਈ ਮਿੱਟੀ ਨਿਕਲ ਆਊਗੀ, ਇਹਦੇ ਚੋਂ ਘੱਗਰ ਸੈਂਡ ਨਿਕਲੂ। ਘੱਗਰ ਸੈਂਡ ਇਹਦੇ ਵਿੱਚੋਂ ਕਿਵੇਂ ਨਿਕਲ ਆਊ? ਲੋਕ ਇੰਨੇ ਸੁਚੇਤ ਆ, ਲੋਕ ਤਾਂ ਇਹ ਦੱਸ ਦਿੰਦੇ ਆ ਕਿ ਰੇਤਾ ਕਿੱਥੋਂ ਦਾ ਹੈਗਾ। ਤਾਂ ਇਸ ਤਰ੍ਹਾਂ ਕਿਵੇਂ ਹੋ ਜੂਗਾ ਕਿ ਇੱਥੋਂ ਚੱਕ ਕੇ ਜਿਹੜੀ ਉਹਨਾਂ ਨੇ ਇਹ ਬੇਬੁਨਿਆਦ ਜਿਹੜੀ ਹੈਗੀ ਆ, ਜਿਹੜੀ ਅੱਜ ਕਹਾਣੀ ਬਣਾਈ ਹੈਗੀ ਆ, ਉਹ ਬਦਨਾਮ ਕਰਨ ਵਾਸਤੇ। ਮੈਂ ਹਰ ਜਗ੍ਹਾ ਤੇ ਮੈਂ ਕਹਿੰਦਾ ਕਿ ਸਾਡੇ ਕੋਲੇ ਪੂਰੇ ਕਾਗਜ਼ ਹੈਗੇ ਆ, ਸਾਡੇ ਕੋਲੇ 5-5 ਸਾਲ ਦੀਆਂ ਪਰਮਿਸ਼ਨਾਂ ਨੇ ਜਿਹੜੀਆਂ ਅਸੀਂ ਇੱਥੋਂ ਲੈ ਕੇ ਜਾਂਦੇ ਹੈਗੇ ਆ। ਤਾਂ ਇਹ ਉਹਨਾਂ ਨੂੰ ਸੋਚ ਸਮਝ ਕੇ ਜਿਹੜੀ ਆ ਇਹ ਜਿਹੜੀ ਆਪਦੀ ਜਿਹੜਾ ਦੇਣਾ ਚਾਹੀਦਾ ਹੈਗਾ। ਬਾਕੀ ਇਹ ਪਾਲੀ ਜੀ ਆ ਜਿਨ੍ਹਾਂ ਦੇ ਇੱਥੇ ਮਸ਼ੀਨਾਂ ਦਾ ਜਿਹੜਾ ਇਹਨਾਂ ਦੀਆਂ ਮਸ਼ੀਨਾਂ ਨੇ, ਇਹਨਾਂ ਦੀ ਗੱਲ ਵੀ ਸੁਣ ਲਓ। ਤੇ ਉਹ ਮੁੰਡਾ ਡਰਾਈਵਰ ਵੀ ਆ ਜਿਹੜਾ ਕਹਿੰਦਾ ਵੀ ਸਿੰਗਲਾ ਸਾਹਿਬ ਕਹਿੰਦੇ ਕਿ ਮੇਰੇ ਤੇ ਕੋਈ ਹਮਲਾ ਕਰਤਾ। ਆਹ ਮੁੰਡਾ ਵੀ ਹੈਗਾ, ਇਹ ਕਹਿੰਦਾ ਮੈਂ ਜਾਣਦਾ ਹੀ ਨਹੀਂ ਸਿੰਗਲਾ ਸਾਹਿਬ ਨੂੰ, ਵੀ ਸਿੰਗਲਾ ਸਾਹਿਬ ਹੈਗੇ ਜਾਂ ਕੋਈ ਆਏ ਆ ਜਾਂ ਮੈਂ ਉਹਨਾਂ ਤੇ ਕੋਈ ਹਮਲਾ ਕੀਤਾ। ਮੇਰਾ ਖਿਆਲ ਆ ਵੀ ਇਹ ਦੁਰਭਾਗਿਆ, ਇਹ ਨਹੀਂ ਲਾਉਣਾ ਚਾਹੀਦਾ। ਪਾਲੀ ਜੀ ਤੁਸੀਂ ਦੱਸੋ, ਇਹ ਜਿਹੜੇ ਇੱਥੋਂ ਦੇ ਮਸ਼ੀਨਾਂ ਦਾ ਜਿਹੜਾ ਇਹਨਾਂ ਦੇ ਕੋਲ ਕੰਮ ਹੈ। ਸਵੇਰੇ ਸੁਬਾਹ 7:30 ਵਜੇ ਮਿੱਟੀ ਭਰ ਰਹੇ ਸੀ ਲੀਚ ਖਲਿਆਣ ਖਾਤਰ। ਇਹ ਮੁੰਡਾ ਮਿੱਟੀ ਭਰ ਰਿਹਾ ਸੀ ਤੇ ਉਹਦੇ ਉੱਤੇ ਇਹ ਆ ਗਏ, ਮੈਂ ਮਿੱਟੀ ਚੱਕ ਕੇ ਕਹਿਣ ਲੱਗ ਗਏ ਟੋਕਾ ਸੈਂਡਾ। ਬਸ ਇਹਨਾਂ ਜਾਣਦਾ ਵੀ ਨਹੀਂ, ਪਤਾ ਹੀ ਨਹੀਂ ਲੱਗਿਆ ਕੌਣ ਆਇਆ ਕੌਣ ਨਹੀਂ। ਆਹ ਮੁੰਡਾ ਖੜਾ, ਮੁੰਡੇ ਨਾਲ ਗੱਲ ਕਰ ਲਓ। ਆ ਡੀਡੀਸੀ ਵਾਲਾ ਕਾਕਾ ਦੱਸੀ ਥੋੜਾ ਅੰਬੂਜਾ ਚ ਜਾਂਦਾ ਕਿੰਨੀਆਂ ਗੱਡੀਆਂ ਰੋਜ਼ ਜਾਂਦੀਆਂ ਨੇ? ਆਪਣੀ ਤਾਂ ਅੰਬੂਜਾ ਦੀ ਪਰਮਿਸ਼ਨ ਆਉਂਦੀ ਆ, ਬਕਾਇਦਾ ਥਰਮਲ ਚੋਂ ਸਾਈਨ ਹੋ ਕੇ ਆਉਂਦੇ ਆ। ਡੇਲੀ ਦੀਆਂ 4 ਗੱਡੀਆਂ ਹੋ ਜਾਣ, 5 ਗੱਡੀਆਂ ਹੋ ਜਾਣ, 10 ਗੱਡੀਆਂ ਹੋ ਜਾਣ। ਆ ਮੁੰਡੇ ਅਲੱਗ ਲੱਗੇ, ਜਿਵੇਂ ਆ ਹੈਗੇ ਆ ਬਾਬਾ ਜੀ ਹੈਗੇ ਆ, ਇਹਨਾਂ ਇਹ ਸ਼ੇਰਪੁਰ ਪੁੱਛੇ ਮੋਗੇ ਤੇ ਸ਼ੇਰਪੁਰ ਜਾਈਦਾ, ਜਿੱਤਵਾਲ ਜਾਈਦਾ, ਜਗਰਾਵਾਂ ਜਾਈਦਾ, ਸਾਰੇ ਪੱਠਿਆਂ ਤੇ ਮਾਲ ਲੈ ਕੇ ਜਾਈਦਾ। ਇਸੇ ਤਰ੍ਹਾਂ ਹੀ ਆ ਸਾਰੇ ਲੋਕ ਜਿਹੜੇ ਹੈਗੇ ਆ, ਇਹਨਾਂ ਦਾ ਆਪਣਾ ਰੁਜ਼ਗਾਰ ਹੈਗਾ। ਇਹ ਹੈ ਕਿ ਸਰੂਪ ਚੰਦ ਸਿੰਗਲਾ ਜੀ ਆਪਦਾ ਮਾਨਸਿਕ ਸੰਤੁਲਨ ਖੋ ਬੈਠੇ ਹੈ, ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ ਘਬਰਾ ਕੇ ਉਹ ਹੁਣ ਆਪਦਾ ਸੰਤੁਲਨ ਖੋ ਬੈਠੇ ਹੈ। ਉਹ ਚਲਦੇ ਕੰਮਾਂ 'ਚ, ਵਿਕਾਸ ਦੇ ਕੰਮਾਂ 'ਚ ਰੋੜਾ ਅਟਕਾ ਰਹੇ ਨੇ। ਇੰਨੇ ਦਿਨ ਹੋ ਗਏ ਉਹਨਾਂ ਨੂੰ, ਅੱਜ ਮੈਂ ਕਹਿੰਦਾ ਬੋਲਦਿਆਂ ਨੂੰ, ਕਦੇ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿਸੇ ਕੰਮ ਦੀ? ਪਹਿਲਾਂ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਕਰਨ, ਫਿਰ ਅਸੀਂ ਦੇਖੀਏ ਉਹਨੂੰ ਵੀ ਹਾਂ ਵਾਕਈ। ਪਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਵੱਲੋਂ ਸਖਤ ਹਦਾਇਤ ਹੈ ਨਗਰ ਕੌਂਸਲ ਦੇ ਸਾਰੇ ਅਧਿਕਾਰੀਆਂ ਨੂੰ, ਨਗਰ ਨਿਗਮ ਦੇ ਅਧਿਕਾਰੀਆਂ ਨੂੰ, ਟਰੱਸਟ ਦੇ ਅਧਿਕਾਰੀਆਂ ਨੂੰ, ਕਿ ਜੇ ਕਿਸੇ ਦਾ ਕੰਮ ਦੀ ਗੁਣਵੱਤਾ ਵਿੱਚ ਕੋਈ ਫਰਕ ਰਹਿ ਗਿਆ ਤਾਂ ਉਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਊਗਾ। ਹਾਂਜੀ ਚੇਅਰਮੈਨ ਸਾਹਿਬ, ਕੀ ਕਹਿਣਾ ਚਾਹੋਗੇ? ਬਠਿੰਡਾ ਦੇ ਵਿੱਚ ਜਿਹੜੇ ਸੜਕਾਂ ਬਣ ਰਹੀਆਂ, ਟੈਲਾਂ ਲੱਗ ਰਹੀਆਂ, ਇੱਥੋਂ ਜਿਹੜੇ ਪੂਰਵ ਵਿਧਾਇਕ ਹੈ ਸਰੂਪ ਚੰਦ ਸਿੰਗਲਾ ਨੇ ਆਰੋਪ ਲਾਇਆ ਵੀ ਜਿਹੜਾ ਥਰਮਲ ਤੋਂ ਰਾਖ ਆ ਰਹੀ ਹੈ, ਇਹ ਸਕੈਮ ਬਹੁਤ ਵੱਡਾ ਘਟਾਲਾ ਕੀਤਾ ਜਾ ਰਿਹਾ, ਇਹਦੇ ਬਾਰੇ ਕੀ ਕਹਿਣਾ ਹੈ? ਸੈਣੀ ਸਾਹਿਬ, ਪਹਿਲਾਂ ਤੁਸੀਂ ਇੱਥੇ ਆਪ ਖੜੇ ਹੋ, ਖੁਦ ਆਪਾਂ ਧੋਬੀ ਬਾਜ਼ਾਰ 'ਚ ਖੜੇ ਹਾਂ। ਜਿਹੜੇ ਸਿੰਗਲਾ ਸਾਹਿਬ ਸਰੂਪ ਚੰਦ ਸਿੰਗਲਾ ਜੀ ਇਹ ਕੰਮ 'ਚ ਡਿਵੈਲਪਮੈਂਟ 'ਚ ਰੋੜਾ ਢਕਾਉਂਦੇ ਆ ਬਗੈਰ ਮਤਲਬ। ਆ ਤੁਹਾਡੇ ਸਾਹਮਣੇ ਕੰਮ ਦੇਖ ਲਓ, ਆ ਇੱਧਰ ਮਾਰੋ ਤੁਸੀਂ, ਦੇਖੋ ਟਾਇਲ ਦੇਖੋ, ਟਾਇਲ ਇਦੋਂ ਵਧੀਆ ਕਿਤੇ ਟਾਇਲ ਆ ਸਕਦੀ ਹੈ? ਆ ਤੁਸੀਂ ਦੇਖ ਲਓ ਨਾ, ਸੈਂਡ ਕਹੀ ਜਾਂਦਾ ਹੈ, ਇਦੋਂ ਵਧੀਆ ਸਾਈਡ ਕਿਤੇ ਨਹੀਂ ਆ ਸਕਦੀ, ਕਿਤੇ ਸਾਈਡ ਨਹੀਂ ਹੈ ਇਦੋਂ ਵਧੀਆ। ਇਹ ਥਰਮਲ ਦਾ ਨਹੀਂ ਹੈ? ਇਹ ਥਰਮਲ ਦਾ ਕਿੱਥੋਂ ਆ ਗਿਆ? ਥਰਮਲ 'ਚ ਹੈਗਾ ਸਾਈਡ ਮਿਲਦਾ, ਉਹਦਾ ਰਾਖੀ ਹੈ ਥਰਮਲ 'ਚ ਤਾਂ ਗੁਰੂ ਜੀ। ਉਹ ਜਾ ਕੇ ਉਹ ਤਾਂ ਕਹਿ ਰਹੇ ਬਸ ਉਹਨੂੰ ਕਹੀ ਜਾਂਦਾ ਸੈਂਡ ਰਾਖੀ ਨੂੰ। ਦੱਸੋ ਰਾਖੀ ਤੇ ਸੈਂਡ ਦਾ, ਜਿਹੜੇ ਬੰਦੇ ਨੂੰ ਰਾਖੀ ਤੇ ਸੈਂਡ ਦਾ ਹੀ ਨਹੀਂ ਪਤਾ ਤੇ ਉਹ ਕੀ ਕਰੂਗਾ? ਦੱਸੋ। ਸੈਣੀ ਸਾਹਿਬ ਮਤਲਬ ਆਪੋਜੀਸ਼ਨ, ਮੈਂ ਕਹਿੰਦਾ ਆਪੋਜੀਸ਼ਨ ਚਾਹੀਦੀ ਹੈ, ਆਪੋਜੀਸ਼ਨ ਦੇਖੇ ਕੰਮ ਚੈੱਕ ਕਰੇ, ਪਰ ਆਪੋਜੀਸ਼ਨ ਦਾ ਇਹ ਕੰਮ ਨਹੀਂ ਹੁੰਦਾ ਵੀ ਡਿਵੈਲਪਮੈਂਟ ਦੇ ਕੰਮ ਰੋਕੇ। ਨਾਲੇ ਕਹਿ ਰਿਹਾ ਉਹ ਹਮਲਾ ਕਰਤਾ। ਮੇਰੀ ਗੱਲ ਸੁਣੋ, ਧੋਬੀ ਬਾਜ਼ਾਰ ਕਰੀਮ ਹੈ ਇੱਕ ਸ਼ਹਿਰ ਦੀ, ਬਠਿੰਡੇ ਸ਼ਹਿਰ ਦੀ, ਇੱਥੇ ਦੁਕਾਨਦਾਰ ਰਹਿੰਦੇ ਆ, ਇੱਥੇ ਦੁਕਾਨਦਾਰ ਉਹਦੀ ਬੂਧ ਹੋਈ ਮਚਾਉਂਦੇ ਕੋਈ ਮਾੜੀ ਚੀਜ਼ ਹੋਵੇ।
ਸੋ ਇੱਕ ਵਾਰੀ ਫਿਰ ਤੋਂ ਇਹ ਮਸਲਾ ਜਿਹੜਾ ਖੜਾ ਹੋਇਆ ਔਰ ਇਹਦੇ ਉੱਤੇ ਦੋਨਾਂ ਧਿਰਾਂ ਨੇ ਆਪਣਾ ਆਪਣਾ ਜਿਹੜਾ ਪੱਖ ਪੇਸ਼ ਕੀਤਾ, ਪਰ ਮਾਈਨਿੰਗ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਾਡੇ ਕੋਲੇ ਪ੍ਰੋਪਰ ਮਨਜ਼ੂਰੀ ਆ ਔਰ ਇਸ ਤਰ੍ਹਾਂ ਦੀਆਂ ਮਨਜ਼ੂਰੀਆਂ ਜਿਹੜੀਆਂ ਲਗਭਗ 10-10 ਤੋਂ 15-15 ਸਾਲ ਦੀਆਂ ਮਨਜ਼ੂਰੀਆਂ ਸਾਨੂੰ ਮਿਲਦੀਆਂ ਔਰ ਪ੍ਰੋਪਰ ਕਾਗਜ਼ ਸਾਡੇ ਕੋਲੇ ਮੌਜੂਦ ਨੇ। ਸੋ ਇਹ ਰਾਖ ਜਿਹੜੀ ਆ ਉਹ ਮਨਜ਼ੂਰੀ ਦੇ ਤਹਿਤ ਲਿਜਾਈ ਜਾ ਰਹੀ ਔਰ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਕੰਪਨੀਆਂ ਦੇ ਨਾਮ ਦੱਸੇ, ਜਿਨ੍ਹਾਂ ਕੰਪਨੀਆਂ ਨੂੰ, ਜਿਨ੍ਹਾਂ ਪੱਠਿਆਂ ਨੂੰ, ਜਿਹੜੀਆਂ ਟਾਈਲਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਹ ਜਿਹੜੀ ਰਾਖ ਜਾਂਦੀ ਆ। ਸੋ ਇਸ ਪੂਰੇ ਮਸਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਜਿਹੜੇ ਸਾਬਕਾ ਐਮਐਲਏ ਹੈਗੇ ਸਰੂਪਚੰਦ ਸਿੰਗਲਾ ਉਹ ਸਾਹਮਣੇ ਆਉਂਦੇ ਆ, ਉਹਨਾਂ ਨੇ ਇੱਕ ਐਲਾਨ ਜਿਹੜਾ ਵੱਡਾ ਜ਼ਰੂਰ ਕਰ ਦਿੱਤਾ ਹੈ ਕਿ ਮੈਂ ਜਿਹੜਾ ਇਸ ਚੀਜ਼ ਦੀ ਜਿਹੜੀ ਸਟਿੰਗ ਆਪਰੇਸ਼ਨ ਕੀਤਾ ਔਰ ਇਹਦੇ ਵਿੱਚ ਸੱਚਾਈ ਹੈਗੀ ਔਰ ਇਹਦੇ ਉੱਤੇ ਜੇ ਪੂਰੇ ਤਰੀਕੇ ਦੇ ਨਾਲ ਅਮਲ ਨਹੀਂ ਕੀਤਾ ਜਾਂਦਾ, ਪਰਚੇ ਦਰਜ ਨਹੀਂ ਕੀਤੇ ਜਾਂਦੇ ਤੇ ਮੈਂ ਅਰਧਨਗਨ ਹਾਲਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਸਾਹਮਣੇ ਜਿਹੜਾ ਪ੍ਰਦਰਸ਼ਨ ਕਰੂੰਗਾ ਜੇ ਇਸ ਮਸਲੇ ਨੂੰ ਹਾਈਲਾਈਟ ਨਹੀਂ ਕੀਤਾ ਜਾਂਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਦੁਬਾਰਾ ਇਸ ਮਸਲੇ ਦੇ ਉੱਤੇ ਜਾਂਚ ਕਮੇਟੀ ਬਿਠਾਈ ਜਾਂਦੀ ਹੈ ਜਾਂ ਨਹੀਂ ਬਿਠਾਈ ਜਾਂਦੀ, ਜੇ ਇਹਦੇ ਉੱਤੇ ਪਰਚੇ ਦਰਜ ਨਹੀਂ ਹੁੰਦੇ ਤਾਂ ਸਰੂਪਚੰਦ ਸਿੰਗਲਾ ਕਿਸ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ। ਇਸ ਤਰੀਕੇ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ, ਸ਼ੁਕਰੀਆ।